ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦਾ ਵਿਸਤਾਰ ਪਛਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੰਡੀਗੜ੍ਹ ਸੈਕਟਰ 17 ਪਲਾਜ਼ਾ ਵਿੱਚ NSUI ਦਾ ਅਨੋਖਾ ਪ੍ਰਦਰਸ਼ਨ। ਮਹਿਲਾ ਸਬ ਇੰਸਪੈਕਟਰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ। ਤੇ ਚੰਡੀਗੜ੍ਹ ਪੁਲਿਸ ਵਿੱਚ ਕਰੋੜਾਂ ਦਾ ਸੈਲਰੀ ਘੁਟਾਲਾ, 210 ਜਵਾਨਾਂ ਦੇ ਅਕਾਊਂਟ ਵਿੱਚੋਂ 72 ਸ਼ੱਕੀ ਮਿਲੇ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ NSUI ਦੇ ਅਨੋਖੇ ਪ੍ਰਦਰਸ਼ਨ ਦੀ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ NSUI ਨੇ ਅਨੋਖੇ ਅੰਦਾਜ਼ ਦੇ ਵਿੱਚ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਦੇ ਵਿੱਚ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਆਪਣੀਆਂ ਡਿਗਰੀਆਂ ਟੰਗ ਦਿੱਤੀਆਂ ਤੇ ਖੁਦ ਪਕੌੜੇ ਤਲਦੇ ਹੋਏ ਜਾਂ ਫਿਰ ਕੋਈ ਹੋਰ ਛੋਟੇ-ਮੋਟੇ ਕੰਮ ਕਰਦੇ ਹੋਏ ਨਜ਼ਰ ਆਏ। ਅੱਜ PM ਮੋਦੀ ਦਾ 71ਵਾਂ ਜਨਮ ਦਿਨ ਹੈ ਤੇ ਪੂਰੇ ਦੇਸ਼ ਦੇ ਵਿੱਚ ਭਾਜਪਾ ਦੇ ਵੱਲੋਂ PM ਮੋਦੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਕਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਨੇ। ਪਰ ਇਸ ਨੂੰ ਲੈ ਕੇ ਅੱਜ NSUI ਦੇ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨ ਸੈਕਟਰ 17 ਪਲਾਜ਼ਾ 'ਚ ਕੀਤਾ ਗਿਆ ਤੇ ਇਹਨਾਂ ਵਰਕਰਾਂ ਦੇ ਵੱਲੋਂ PM ਮੋਦੀ ਦਾ ਜਨਮ ਦਿਨ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ, ਜਿਸ ਦੇ ਵਿੱਚ ਸਾਰੇ ਹੀ ਪੜ੍ਹੇ ਲਿਖੇ ਨੌਜਵਾਨ ਪਕੌੜੇ ਤਲਦੇ ਹੋਏ, ਚਾਹ ਬਣਾਉਂਦੇ ਹੋਏ ਤੇ ਬੂਟ ਪਾਲਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਪੜ੍ਹ ਲਿਖ ਗਏ ਨੇ ਪਰ ਬੇਰੁਜ਼ਗਾਰ ਨੇ, ਇਸ ਲਈ ਹੁਣ ਉਹ ਚਾਹ ਬਣਾਉਣ ਨੂੰ ਮਜਬੂਰ ਨੇ ਤੇ ਗੋਲ ਗੱਪੇ ਦੀ ਰੇਹੜੀ ਲਗਾਉਣ ਨੂੰ ਮਜਬੂਰ ਹੋ ਗਏ ਨੇ, ਤਾਂ ਉਹਨਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਇਹ ਕੁਝ ਕਰਨਾ ਪੈ ਰਿਹਾ ਹੈ। PM ਮੋਦੀ ਨੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਸਾਲ 2 ਕਰੋੜ ਰੋਜ਼ਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ, पर वो पढ़ लिख के भी नौकरी तो वांझे ने, इस लिए वो पकौड़े तलन नूं मजबूर ने। आज हमारे आदरणीय प्रधानमंत्री नरेंद्र मोदी जी का जन्मदिन है। जैसा कि उन्होंने कहा था कि पकौड़े तलो, चाय बेचो, बूट पॉलिश करो, रोज़गार तो मैं तुम्हें दे नहीं सकता, तो आज हमने उनको समर्पित किया उनके जन्मदिन पर कि बेरोज़गार युवा, पढ़ा लिखा युवा पकौड़े तल रहा है, बूट पॉलिश कर रहा है, गोलगप्पे लगा रखी है, चाय बेच रहा है। रोज़गार तो है नहीं मोदी जी के राज में। हम ये मैसेज देना चाहते हैं मोदी सरकार को कि जो हमारे देश में 8 स्टेटें ऐसी हैं जहां डबल डिजिट में बेरोजगारी की दर पहुंच चुकी है, और हरियाणा जो उनकी गवर्नमेंट है, जहां मोदी जी की सरकार है, वहां 35% लोग बेरोजगार हो चुके हैं। और जहां मोदी जी कहते थे मैं लोगों को 15 लाख दूंगा, पिछले जुलाई और अगस्त के महीने में 15 लाख लोगों की नौकरियां गई हैं साहब, 15 लाख। और जो लोग बात करते हैं कि मोदी जी चाय बेचते हैं, आज तक उन्होंने किसी ने देखा उनको चाय बेचते हुए? तो लोग के जो देश का युवा है कहाँ जाएगा, किसके पास जाएगा? अपने देश के प्रधानमंत्री, ये ऐसी नौबत आ गई है कि देश के प्रधानमंत्री के जन्मदिन पे लोग कोई पकौड़े बेच रहे हैं, कोई चाय बेच रहे हैं, तो कोई जूते पॉलिश कर रहे हैं। सर, हम जैसे युवा जो है पढ़े लिखे हैं पर हमें रोजगार नहीं मिलता है। हर जगह जाते हैं, नौकरियां मांगते हैं, धक्के खाते हैं, सरकारी नौकरी नहीं मिलती है। पर प्रधानमंत्री जी ने कहा था हर युवाओं को नौकरी मिलेगी, लेकिन हमारे पास आज नौकरी नहीं है, तो हमें मजबूरन अपना परिवार पालने के लिए हमें बूट पॉलिश करने पड़ रहे हैं ताकि हमारे परिवार का पेट भर सके। सर ਦੱਸਦੇ ਕਿ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਦੇ ਵੱਲੋਂ ਆਲੂ, ਪਿਆਜ਼ ਤੇ ਟਮਾਟਰ ਵੀ ਵੇਚੇ ਗਏ ਤੇ ਇਹਨਾਂ ਦਾ ਕਹਿਣਾ ਹੈ ਕਿ ਉਹ ਪੜ੍ਹ ਲਿਖ ਗਏ ਨੇ ਪਰ ਹੁਣ ਤੱਕ ਸਰਕਾਰ ਦੇ ਵੱਲੋਂ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਹੈ, ਜਿਸ ਦੇ ਚੱਲਦੇ ਅੱਜ ਉਹਨਾਂ ਦੇ ਵੱਲੋਂ PM ਮੋਦੀ ਦੇ 71ਵੇਂ ਜਨਮ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। उधर पुलिस विभाग एक बार फिर तो सवालों के घेरे विच नजर आ रहा है। दरअसल एक महिला सब इंस्पैक्टर नूं 10,000 की रिश्वत लैंदे हुए रंगे हत्थी गिरफ्तार किया गया है। कुटमार का एक मामला सी, उसका निपटारा करवाउण दी एवज दे विच रिश्वत मंगी गई सी।
ਉਧਰ ਚੰਡੀਗੜ੍ਹ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਸੈਲਰੀ ਘੁਟਾਲਾ ਸਾਹਮਣੇ ਆਇਆ ਹੈ। 210 ਜਵਾਨਾਂ ਦੇ ਅਕਾਊਂਟਸ ਦੇ ਵਿੱਚੋਂ 72 ਅਕਾਊਂਟ ਨੇ ਜਿਹੜੇ ਉਹ ਸ਼ੱਕੀ ਮਿਲੇ ਨੇ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਵੱਡੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੇ ਕਈ ਵੱਡੇ ਨਾਮ ਵੀ ਸਾਹਮਣੇ ਆ ਸਕਦੇ ਨੇ। ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਕਰੋੜਾਂ ਰੁਪਏ ਦੀ ਸੈਲਰੀ ਘੁਟਾਲੇ ਦੀ ਜਾਂਚ ਹੁਣ 210 ਜਵਾਨਾਂ ਤੱਕ ਪਹੁੰਚ ਗਈ ਹੈ। ਇਸ ਵਿੱਚ ਹੁਣ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਦੀ ਸੈਲਰੀ ਅਕਾਊਂਟ ਵਿੱਚ ਨਿਰਧਾਰਿਤ ਤੋਂ ਵੱਧ ਵੇਤਨ ਟ੍ਰਾਂਸਫਰ ਹੋਇਆ। ਉਧਰ ਆਡਿਟ ਵਿਭਾਗ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਕਰੀਬ 72 ਜਵਾਨਾਂ ਦੇ ਅਕਾਊਂਟ ਅਜਿਹੇ ਮਿਲੇ ਹਨ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਵਾਰ ਸੈਲਰੀ ਆਈ ਹੈ। 210 ਅਕਾਊਂਟ ਦੀ ਜਾਂਚ ਕਰਨ ਦੇ ਨਾਲ ਕ੍ਰਾਈਮ ਬ੍ਰਾਂਚ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹਨਾਂ ਖਾਤਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਵਿੱਚ ਲੱਗੀ ਹੋਈ ਹੈ। ਜਲਦ ਹੀ ਮਾਮਲੇ ਵਿੱਚ ਕਈ ਜਵਾਨਾਂ ਦੀ ਗ੍ਰਿਫਤਾਰੀ ਹੋਵੇਗੀ। ਦੱਸ ਦਈਏ ਕਿ ਸਾਲ 2015 ਤੋਂ ਸੈਲਰੀ ਬ੍ਰਾਂਚ ਵੱਲੋਂ ਧੋਖਾਧੜੀ ਕੀਤੀ ਜਾ ਰਹੀ ਸੀ। ਹੁਣ ਤੱਕ 1 ਕਰੋੜ 10 ਲੱਖ ਦੀ ਧਾਂਦਲੀ ਸਾਲ 2017 ਤੋਂ 2019 ਦੇ ਵਿਚਕਾਰ ਸਾਹਮਣੇ ਆਈ ਹੈ। ਯੂਟੀ ਪ੍ਰਸ਼ਾਸਨ ਦੇ ਫਾਈਨੈਂਸ ਡਿਪਾਰਟਮੈਂਟ ਦੇ ਅਧੀਨ ਕੰਮ ਕਰਨ ਵਾਲੇ ਸੇਵਾਤ ਪੋਰਟਲ ਦੇ ਜ਼ਰੀਏ ਗੜਬੜੀ ਕੀਤੀ ਗਈ ਹੈ। ਇਸ ਐਪ ਵਿੱਚ ਟੈਕਨੀਕਲ ਖਾਮੀ ਪੈਦਾ ਕਰਕੇ ਚੋਰੀ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਮਨਮਾਨੀ ਐਂਟਰੀ ਭਰ ਦਿੰਦੇ ਸੀ। ਜਾਣਕਾਰੀ ਮਿਲਣ ਤੇ ਪ੍ਰਸ਼ਾਸਨ ਨੇ ਕੁਝ ਮਹੀਨੇ ਪਹਿਲਾਂ ਹੀ ਖਾਮੀ ਨੂੰ ਠੀਕ ਕਰਵਾ ਲਿਆ ਸੀ। ਉਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਫਿਰ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ। ਉਧਰ ਚੰਡੀਗੜ੍ਹ ਦੇ ਸੈਕਟਰ 4 ਵਿੱਚ ਦਾਰਾ ਸਿੰਘ ਦੇ ਬੇਟੇ ਦੇ ਘਰ ਦੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਇਸ ਦੌਰਾਨ ਲੈਂਟਰ ਅਚਾਨਕ ਹੀ ਹੇਠਾਂ ਡਿੱਗ ਗਿਆ ਤੇ ਇੱਕ ਮਜ਼ਦੂਰ ਉਸ ਦੇ ਹੇਠਾਂ ਦੱਬਿਆ ਗਿਆ। ਉਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਹੈ ਤੇ ਨਾਲੋਂ ਨਾਲ ਤੁਹਾਨੂੰ ਵੀ ਦੱਸ ਦਈਏ ਕਿ ਹੁਣ ਉਹ ਖਤਰੇ ਤੋਂ ਬਾਹਰ ਹੈ। ਨਾਮੀ ਪਹਿਲਵਾਨ ਰਹੇ ਅਤੇ ਫਿਲਮ ਅਦਾਕਾਰ ਰਹੇ ਮਰਹੂਮ ਦਾਰਾ ਸਿੰਘ ਦੇ ਸੁਪੁੱਤਰ ਅਮਰੀਕ ਸਿੰਘ ਰੰਧਾਵਾ ਦੇ ਚੰਡੀਗੜ੍ਹ ਸਥਿਤ ਮਕਾਨ ਦਾ ਲੈਂਟਰ ਡਿੱਗ ਜਾਣ ਦੇ ਕਾਰਨ ਇੱਕ ਮਜ਼ਦੂਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਮਜ਼ਦੂਰ ਲੈਂਟਰ ਦੇ ਦਰਮਿਆਨ ਫਸ ਗਿਆ ਸੀ ਜਿਸ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਟੀਮ, ਫਾਇਰ ਬ੍ਰਿਗੇਡ ਦੀ ਟੀਮ ਅਤੇ ਪੁਲਿਸ ਦੀ ਟੀਮ ਵੱਲੋਂ 1.5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਜੀਸੀਪੀ ਦੀ ਮਦਦ ਦੇ ਨਾਲ ਲੈਂਟਰ ਨੂੰ ਤੋੜ ਕੇ ਕੱਢਿਆ ਗਿਆ। ਮਜ਼ਦੂਰ 1.5 ਘੰਟਾ ਲੈਂਟਰ ਦਰਮਿਆਨ ਫਸਿਆ ਰਿਹਾ ਲੇਕਿਨ ਗਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਮੌਕੇ ਤੇ ਜੀਸੀਪੀ ਦੀ ਮਦਦ ਦੇ ਨਾਲ ਲੈਂਟਰ ਨੂੰ ਹਟਾ ਕੇ ਉਸ ਵਿਅਕਤੀ ਨੂੰ ਬਚਾ ਲਿਆ ਗਿਆ ਤੇ ਉਸ ਤੋਂ ਬਾਅਦ ਮਜ਼ਦੂਰ ਨੂੰ ਪੀਜੀਆਈ ਭਰਤੀ ਕੀਤਾ ਗਿਆ। ਸਰ ਸਭ ਤੋਂ ਪਹਿਲਾਂ ਸਾਨੂੰ ਕਾਲ ਆਈ 112 ਤੋਂ ਕੰਟਰੋਲ ਰੂਮ ਤੋਂ। ਅਸੀਂ ਆਪਣੀ ਟੀਮ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ। ਉਹ ਲੇਬਰਰ ਉੱਥੇ ਵਿੱਚ ਮਤਲਬ ਫਸਿਆ ਹੋਇਆ ਸੀਗਾ। ਅਸੀਂ ਰੈਸਕਿਊ ਟੈਂਡਰ ਵੀ ਨਾਲ ਦੀ ਨਾਲ ਸਾਡਾ ਆ ਗਿਆ ਤੇ ਅਸੀਂ ਰੈਸਕਿਊ ਟੈਂਡਰ ਲਾ ਕੇ ਫਿਰ ਰੈਸਕਿਊ ਜਿਹੜਾ ਸਾਡਾ ਇਕਵਿਪਮੈਂਟ ਹੈ ਉਹਨੂੰ ਲਾ ਕੇ ਅਸੀਂ ਉਹਨੂੰ ਪਹਿਲਾਂ ਸਪੋਰਟ ਦਿੱਤੀ ਵੀ ਥੋੜਾ ਉਹਨੂੰ ਟਾਈਮ ਮਿਲ ਜਾਏ ਕਿਉਂਕਿ ਉਹ ਕਾਫੀ ਦਿੱਕਤ ਸੀਗਾ। ਫਿਰ ਅਸੀਂ ਆਪਣੇ ਹਾਈਡ੍ਰੋਲਿਕ ਜੈਕ ਵਗੈਰਾ ਵੀ ਲਗਾ ਕੇ ਨਾ ਥੋੜਾ ਰੈਸਕਿਊ ਆਪਰੇਸ਼ਨ ਵੀ ਸ਼ੁਰੂ ਕੀਤਾ। ਫਿਰ ਜਦੋਂ ਅਸੀਂ ਸ਼ੁਰੂ ਕੀਤਾ ਉਹਨੂੰ ਥੋੜਾ ਸਪੇਸ ਮਿਲ ਗਿਆ, ਉਹ ਥੋੜਾ ਆਰਾਮਦਾਇਕ ਹੋ ਗਿਆ। ਉਹਨੂੰ ਫਿਰ ਅਸੀਂ ਪਾਣੀ ਪੂਣੀ ਦਿੱਤਾ, ਥੋੜਾ ਉਹਨੂੰ ਰਿਲੈਕਸ ਕੀਤਾ। ਫਿਰ ਅਸੀਂ ਜੇਸੀਬੀ ਮੰਗਵਾਈ ਕਿਉਂਕਿ ਲੈਂਟਰ ਇਤਨਾ ਹੈਵੀ ਸੀਗਾ, ਉਹ ਜੇਸੀਬੀ ਤੋਂ ਬਗੈਰ ਪੋਸੀਬਲ ਨਹੀਂ ਸੀਗਾ। ਉਹ ਜੇਸੀਬੀ ਥੋੜਾ ਆਉਣ 'ਚ ਥੋੜਾ ਟਾਈਮ ਜ਼ਰੂਰ ਲੱਗਿਆ ਪਰ ਅਸੀਂ ਜੀ ਆਪਣਾ ਰੈਸਕਿਊ ਆਪਰੇਸ਼ਨ ਸਕਸੈਸਫੁਲ ਕਰਿਆ। ਬੰਦੇ ਨੂੰ ਆਪਾਂ ਠੀਕ ਠਾਕ ਅਸੀਂ ਆਪਣੇ ਬਾਹਰ ਕੱਢ ਕੇ ਤੇ ਅਸੀਂ ਐਂਬੂਲੈਂਸ ਦੇ ਰਾਹੀਂ ਪੀਜੀਆਈ ਭੇਜਤਾ ਜੀ। ਸਾਰੀ ਟੀਮਾਂ ਵੀ ਸੀਗੀਆਂ ਜੀ ਇਸ 'ਚ ਆਪਣੇ ਫਾਇਰ ਡਿਪਾਰਟਮੈਂਟ, ਆਪਣੇ ਡਿਜ਼ਾਸਟਰ ਮੈਨੇਜਮੈਂਟ, ਪੁਲਿਸ ਪਾਰਟੀ ਸਾਰੀ ਟੀਮਾਂ ਮੌਕੇ ਤੇ ਮੌਜੂਦ ਸੀਗੀਆਂ ਜੀ ਤੇ ਬੰਦਾ ਠੀਕ ਠਾਕ ਅਸੀਂ ਹਸਪੀਟਲ ਭੇਜਤਾ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਡਿਜ਼ਾਸਟਰ ਮੈਨੇਜਮੈਂਟ ਦੇ ਅਫਸਰ ਸੰਜੀਵ ਕੋਹਲੀ ਤੇ ਡੀਐਸਪੀ ਚਰਨਜੀਤ ਸਿੰਘ ਵਿਰਕ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਨੂੰ ਤਕਰੀਬਨ 1.5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੱਢਿਆ ਗਿਆ ਹੈ ਤੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ है। जब भी हमें कोई डिज़ास्टर से कॉल आती है ना, कंट्रोल रूम से, पुलिस कंट्रोल रूम से हमारी सारी लाइन ऑफ डिपार्टमेंट्स को कॉल जाती हैं, तो हमारे लिए हर एक कॉल इम्पॉर्टेंट होती है, चाहे वहाँ जाके कुछ मिले या ना मिले। बट जब हमें पता लगा यहाँ बंदा दबा हुआ है तो फायर डिपार्टमेंट, डिज़ास्टर मैनेजमेंट, पुलिस पूरी, SHO, DSP, एम्बुलेंसेस, 16 से डॉक्टर्स, SDM साहब अपने तेजदीप सिंह सैनी जी, चीफ फायर ऑफिसर, सारे मौके पे पहुँच गए थे। और फिर हमने उस बंदे की सिचुएशन को एनालाइज करके फिर हमने प्लान किया कि नहीं इसको किस तरह निकालना है। फिर हमने JCB बुलाई एंड हमारे एफर्ट्स लगे हैं तो विद इन नो टाइम हमने उसको निकाल लिया। नो डाउट थोड़ा JCB आने में टाइम लगता है क्योंकि ये कारों की तरह तो चलती नहीं है, आराम से ही चलती हैं। बट हमारी टीम सारी ऑल ओवर पूरी चंडीगढ़ एडमिनिस्ट्रेशन टीम ने ये डन अ वेरी ग्रेट जॉब। एक बंदे की जान बचाई हमने। हाँ, कुछ यहाँ पे ये देख के कंस्ट्रक्शन चल रही थी यहाँ पे कोई अंदर बारिश, और जो कल बारिश भी हुई है ना उसकी वो रिपेयरिंग भी कर रहे थे उसकी वजह से।
ਇਹ ਜੀ ਅੱਜ 1:30 ਵਜੇ 112 ਤੇ ਇਤਲਾਹ ਮਿਲੀ ਕਿ ਮਕਾਨ ਨੰਬਰ 46 ਸੈਕਟਰ 4 ਵੀ ਇੱਥੇ ਲੈਂਟਰ ਗਿਰ ਗਿਆ, ਜੋ ਇਮੀਡੀਏਟਲੀ ਚੰਡੀਗੜ੍ਹ ਪੁਲਿਸ ਫਾਇਰ ਬ੍ਰਿਗੇਡ ਤੇ ਡਿਜ਼ਾਸਟਰ ਮੈਨੇਜਮੈਂਟ ਦੀਆਂ ਟੀਮਾਂ ਇਮੀਡੀਏਟਲੀ ਹਰਕਤ 'ਚ ਆ ਕੇ ਇੱਥੇ ਪਹੁੰਚ ਗਈਆਂ। ਜਦੋਂ ਦੇਖਿਆ ਕਿ ਫਸਟ ਫਲੋਰ ਤੇ ਮਕਾਨ ਦਾ ਫਸਟ ਫਲੋਰ ਖੱਬੇ ਸਾਈਡ ਤੇ ਇੱਕ ਪੋਰਸ਼ਨ ਗਿਰਿਆ ਹੋਇਆ ਸੀ, ਇੱਥੇ ਪਹੁੰਚਣ ਤੇ ਪਤਾ ਲੱਗਿਆ ਕਿ ਬਰਸਾਤੀ ਪਾਣੀ ਕਰਕੇ ਕੁਝ ਪੋਰਸ਼ਨ ਜਿਹੜਾ ਹੈ ਕਿ ਅੰਦਰ ਪਾਣੀ ਗਿਰਦਾ ਸੀ, ਉਹਦੀ ਮੁਰੰਮਤ ਲਈ ਕੋਈ 2 ਬੰਦੇ ਕੱਲ੍ਹ ਦੇ ਲੱਗੇ ਹੋਏ ਸੀ। ਸਾਜਸ ਨਾਂ ਦਾ ਬੰਦਾ ਜਿਹੜਾ ਉਹ ਨੀਚੇ ਆਇਆ ਹੋਇਆ ਸੀ, 30-35 ਸਾਲ ਉਮਰ ਹੈ। ਇਹ ਮਕਾਨ ਜਿਹੜਾ ਦਾਰਾ ਸਿੰਘ ਦੇ ਛੋਟੇ ਬੇਟੇ ਅਮਰੀਕ ਸਿੰਘ ਰੰਧਾਵਾ ਦਾ ਮਕਾਨ ਹੈ, ਜਿਹੜੇ ਕਿ ਆਪ ਇਸ ਟਾਈਮ ਇੱਥੇ ਨਹੀਂ ਹੈ, ਉਹ ਬਾਹਰ ਗਏ ਹੋਏ ਨੇ। ਤੇ ਜਿਹੜਾ ਕਿ ਡਿਜ਼ਾਸਟਰ ਮੈਨੇਜਮੈਂਟ ਨੇ, ਫਾਇਰ ਬ੍ਰਿਗੇਡ ਨੇ ਔਰ ਪੁਲਿਸ ਨੇ ਸਾਰਾ ਹਰਕਤ 'ਚ ਆਉਂਦਿਆਂ ਹੋਇਆ ਇਸ ਨੂੰ ਜਿੰਦਾ ਬਾਹਰ ਕੱਢ ਲਿਆ। ਇਹਦੇ ਖੱਬੇ ਗਿੱਟੇ ਤੇ ਚੋਟ ਲੱਗੀ ਹੋਈ ਸੀ ਔਰ ਬੜੀ ਮੁਸ਼ੱਕਤ ਤੋਂ ਬਾਅਦ ਇਹਨੂੰ ਜਾਨ ਤੋਂ ਪੀਜੀਆਈ ਭੇਜ ਦਿੱਤਾ ਗਿਆ ਤੇ ਇਹਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਗਈ ਹੈ। ਇੱਕ ਅੱਛਾ ਸਾਰਿਆਂ ਡਿਜ਼ਾਸਟਰ ਮੈਨੇਜਮੈਂਟ ਔਰ ਪੁਲਿਸ ਔਰ ਸਭ ਲੋਕ ਵਧੀਆ ਕੰਮ ਕੀਤਾ ਗਿਆ। ਕਿੰਨੀ ਦੇਰ ਦਾ ਰੈਸਕਿਊ ਆਪਰੇਸ਼ਨ ਚੱਲਾ ਹੈ ਸਰ? ਇਹ ਘੰਟੇ ਸਵਾ ਘੰਟੇ ਦੇ ਵਿੱਚ ਹੀ ਇਹ ਸਾਰੀ ਕਾਰਵਾਈ ਹਰਕਤ 'ਚ ਲਿਆਂਦੀ ਗਈ। ਜੇ ਜ਼ਿਆਦਾ ਦੇਰ ਲੱਗ ਜਾਂਦੀ ਤਾਂ ਹੋ ਸਕਦਾ ਉਹਦੀ ਜਾਨ ਵੀ ਚਲੀ ਜਾਂਦੀ। सर इस वक्त तो खतरे तो बाहर बताए। ਹਾਂਜੀ, ਐਸਐਮਓ ਸਾਹਿਬ ਜਨਰਲ ਹਸਪਤਾਲ ਤੋਂ ਵੀ ਮੌਕੇ ਤੇ ਆ ਗਏ ਸੀ। ਉਹ ਫਿਰ ਐਂਬੂਲੈਂਸ ਦੇ ਵਿੱਚ ਹੀ ਨਾਲ ਹੀ ਉਸ ਨੂੰ ਪੀਜੀਆਈ ਲੈ ਕੇ ਗਏ ਕਿ ਜਿਹੜਾ ਬੰਦਾ ਕਾਂਸ਼ੀਅਸ ਸੀ ਠੀਕ ਠਾਕ। ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਅਦਾਕਾਰ ਅਤੇ ਪਹਿਲਵਾਨ ਰਹੇ ਮਰਹੂਮ ਦਾਰਾ ਸਿੰਘ ਦੇ ਸੁਪੁੱਤਰ ਅਮਰੀਕ ਸਿੰਘ ਰੰਧਾਵਾ ਦੀ ਕੋਠੀ ਚੰਡੀਗੜ੍ਹ ਦੇ ਸੈਕਟਰ 4 ਦੇ ਵਿੱਚ ਹੈ ਤੇ ਅਚਾਨਕ ਦੁਪਹਿਰ ਵੇਲੇ ਲੈਂਟਰ ਡਿੱਗ ਜਾਣ ਦੇ ਕਾਰਨ ਮਜ਼ਦੂਰ ਲੈਂਟਰ ਡਿੱਗ ਜਾਣ ਦੇ ਕਾਰਨ ਫਸ ਗਿਆ, ਜਿਸ ਨੂੰ 1.5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੱਢ ਲਿਆ ਗਿਆ ਤੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਸੈਕਟਰ 27 ਦੇ ਵਿੱਚ ਇੱਕ ਫਿਲਮ ਅਭਿਨੇਤਰੀ ਦੇ ਘਰ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਮਾਮਲੇ ਨੂੰ ਪੁਲਿਸ ਨੇ ਸੁਲਝਾ ਵੀ ਲਿਆ ਹੈ ਤੇ ਆਰੋਪੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਲੁੱਟ ਹੋਣ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਸਮੇਂ ਦੇ ਦੌਰਾਨ ਆਰੋਪੀ ਬੜੇ ਹੀ ਫਿਲਮੀ ਅੰਦਾਜ਼ ਦੇ ਵਿੱਚ ਰਹੇ। ਚੰਡੀਗੜ੍ਹ ਦੇ ਸੈਕਟਰ 27 ਦੇ ਵਿੱਚ ਇੱਕ ਫਿਲਮ ਅਦਾਕਾਰਾ ਦੇ ਘਰ ਵਿੱਚ ਹੋਈ ਲੱਖਾਂ ਦੀ ਲੁੱਟ ਦੇ ਮਾਮਲੇ ਦੇ ਵਿੱਚ ਹੁਣ ਚੰਡੀਗੜ੍ਹ ਪੁਲਿਸ ਦੇ ਹੱਥ 2 ਆਰੋਪੀ ਚੜੇ ਨੇ ਤੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦਾ ਖੁਲਾਸਾ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਹੈ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਟੀਮ ਬਣਾਈ ਗਈ ਸੀ, ਜਿਸ ਵਿੱਚ ਡੀਐਸਪੀ ਅਤੇ ਆਪਰੇਸ਼ਨ ਸੈੱਲ ਦੇ ਇੰਚਾਰਜ ਸੀ ਤੇ ਆਰੋਪੀਆਂ ਕੋਲੋਂ 11,000 ਰੁਪਏ ਦੀ ਬਰਾਮਦਗੀ ਵੀ ਕੀਤੀ ਗਈ ਹੈ ਤੇ ਦੋਵੇਂ ਆਰੋਪੀਆਂ ਨੂੰ ਸੈਕਟਰ 43 ਦੇ ਬੱਸ ਸਟੈਂਡ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਆਰੋਪੀ ਮਹਿੰਗੇ ਸ਼ੌਂਕ ਰੱਖਦੇ ਸੀ ਤੇ ਇਹਨਾਂ ਮਹਿੰਗੇ ਸ਼ੌਂਕਾਂ ਨੂੰ ਪੂਰਾ ਕਰਨ ਲਈ ਉਹ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। विक्टिम ने बोला था कि उस टाइम पे भी नशे में ही नहीं हो सकता है, इसमें कोई मतलब इसकी पॉसिबिलिटी है, इसकी चांस है, बट डिटेल जब आप इन्वेस्टिगेशन करेंगे ये चीज़ें अभी, क्योंकि अभी फिलहाल अभी बहुत 1-2 घंटा पहले इनको अरेस्ट किया गया, कोई बहुत टाइम में, बाकी हम डिटेल में पूछताछ करेंगे, उसमें ये चीज़ें सामने आ सकती हैं। ਦੱਸਿਆ ਜਾ ਰਿਹਾ ਹੈ ਕਿ ਆਰੋਪੀਆਂ ਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਰਹੀ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਰਿਮਾਂਡ ਦੌਰਾਨ ਅਜੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਪੁਲਿਸ ਵੱਲੋਂ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਤੇ ਪੁਲਿਸ ਪਹਿਲਾਂ ਵੀ ਇਸ ਮਾਮਲੇ 'ਚ 2 ਗ੍ਰਿਫਤਾਰੀਆਂ ਕਰ ਚੁੱਕੀ ਹੈ ਅਤੇ ਪੁਲਿਸ ਦੀ ਅਪੀਲ ਹੈ ਕਿ ਜੇ ਕੋਈ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਆਪਣੇ ਗੁਆਂਢੀਆਂ ਜਾਂ ਪੁਲਿਸ ਨੂੰ ਸੂਚਿਤ ਕਰ ਦੇਵੇ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਚੰਡੀਗੜ੍ਹ ਦੇ ਵਿੱਚ ਵੀ ਮਨਾਇਆ ਗਿਆ। ਵੱਖ-ਵੱਖ ਥਾਵਾਂ ਤੇ ਕਿਤੇ ਕੈਂਪ ਖੂਨਦਾਨ ਦੇ ਲਗਾਏ ਗਏ ਤਾਂ ਕਿਤੇ ਕੇਕ ਕੱਟ ਕੇ ਇਹ ਜਨਮ ਦਿਨ ਹੈ ਜੋ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਤੇ ਚੰਡੀਗੜ੍ਹ ਭਾਜਪਾ ਵਰਕਰ ਅਤੇ ਮਹਿਲਾ ਮੋਰਚਾ ਨੇ ਕੇਕ ਕੱਟ ਕੇ ਮਨਾਇਆ। ਭਾਜਪਾ ਕਾਰਿਆਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਹਾੜਾ ਚੰਡੀਗੜ੍ਹ ਦੇ ਵੱਖ-ਵੱਖ ਥਾਵਾਂ ਤੇ 17 ਸਤੰਬਰ ਤੋਂ 7 ਅਕਤੂਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਜਾਵੇਗਾ ਤੇ ਅੱਜ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਕਈ ਥਾਵਾਂ ਤੇ ਖੂਨਦਾਨ ਕੈਂਪ ਵੀ ਲਗਾਏ ਗਏ। ਇਸ ਵਿਸ਼ੇ ਤੇ ਜਾਣਕਾਰੀ ਪ੍ਰਦੇਸ਼ ਪ੍ਰਧਾਨ ਬੀਜੇਪੀ ਅਰੁਣ ਸੂਦ ਨੇ ਦਿੱਤੀ ਤੇ
आज हमारे देश में नहीं पूरे दुनिया के सबसे लोकप्रिय नेता नरेंद्र मोदी जी का 71वां जन्मदिवस है और इस उपलक्ष्य में भारतीय जनता पार्टी 17 सितंबर से लेकर 7 अक्टूबर तक 7 अक्टूबर वो दिन है जिस दिन मोदी जी को अपने जनप्रतिनिधि के नाते 20 साल पूर्ण हो रहे जा रहे हैं अपनी समाज सेवा में। तो भारतीय जनता पार्टी के लिए, देशवासियों के लिए ये एक बहुत ही हर्षोल्लास का विषय है, बड़ी खुशी का विषय है। तो लगातार हमारे जो कार्यक्रम हमने बनाए हैं, सेवा के माध्यम से आम जो जनमानस है, जो ज़रूरतमंद हैं, उन लोगों को सेवा के कार्यों के माध्यम से हम मोदी जी का जन्मदिवस को मना रहे हैं। तो विभिन्न तरह के कार्यक्रम हम कर रहे हैं, रक्तदान शिविर लग रहे हैं, मेडिकल कैंप लग रहे हैं, टीकाकरण कैंप लग रहे हैं, वृक्षारोपण का कार्यक्रम है, दिव्यांगों को जो है वो आर्टिफिशियल लिम्स बांटने का काम है, पर्यावरण से संबंधित स्वच्छता के कार्यक्रम हैं, प्लास्टिक, सिंगल यूज़ प्लास्टिक को ना यूज़ करने के शपथ ग्रहण के कार्यक्रम हैं, नदियों और वाटर बॉडी से प्लास्टिक हटाने के कार्यक्रम हैं। और इसी विषय पे जो है वो कई तरह के हम उनके जो 20 साल की उपलब्धियां हैं, उनकी जो स्कीम्स हैं, उनका जो व्यक्तित्व है, उन पे हम कई सेमिनार्स, कई वर्चुअल प्रोग्राम्स भी कर रहे हैं। उनके जीवन पर एक प्रदर्शनी, ई प्रदर्शनी, ऐसे लगभग 20 के करीब जो कार्यक्रम है वो इन 20 दिनों में जो है वो पूरे देश भर में किए जाएंगे। चंडीगढ़ भारतीय जनता पार्टी ने भी इसकी विशेष योजना बनाई है और मैं सब देशवासियों को देश के सबसे लोकप्रिय नेता और हमारे सबके प्रिय नरेंद्र मोदी जी के 71वें जन्मदिवस पर बहुत बहुत बधाई देता हूं और उनकी दीर्घ आयु की, और इसी प्रकार से वो जिस प्रकार से देश समाज की सेवा कर रहे हैं वो करते रहें और हिंदुस्तान को नई बुलंदियों पे लेके जाएं। ऐसी प्रभु से मैं शुभाशीष। उधर डेराबस्सी के बस स्टैंड ते भगवान श्री राम की मूर्ति की स्थापना की गई। इस दौरान हवन भी करवाया गया। तो तुहानूं दस दईए कि इस पूरे समागम के दौरान कई वड्डियां हस्तियां उत्थे मौजूद रही। डेराबस्सी बस स्टैंड ते राम तलाई दा सुंदरीकरण नगर कौंसल ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਵੀ ਕੀਤੀ ਗਈ ਹੈ ਤੇ ਰਾਮ ਜੀ ਦੀ ਮੂਰਤੀ ਸਥਾਪਨਾ ਤੋਂ ਪਹਿਲਾਂ ਵਿਸ਼ਾਲ ਹਵਨ ਵੀ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਖਾਸ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ ਤੇ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਜਿੱਤ ਕੇ ਕਾਂਗਰਸ ਸਰਕਾਰ ਬਣਾਵੇਗੀ ਤੇ ਸਰਕਾਰ ਤੋਂ ਲੋਕ ਖੁਸ਼ ਵੀ ਨੇ। ਇਸ ਤੋਂ ਇਲਾਵਾ ਉਹਨਾਂ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਪ੍ਰਧਾਨ ਬਣ ਕੇ ਹੀ ਉਹ ਕੰਮ ਕਰਨ ਤੇ ਪਾਰਟੀ ਨੂੰ ਮਜ਼ਬੂਤ ਕਰਨ। डेराबस्सी के सारे लोगों और खास करके भुपिंदर ढिल्लों जी, उदयवीर बेदी, काउंसलर्स जिन्होंने पूरा जोर 45 साल बाद ये राम सरोवर और ये धरती फिर 52 का मेला जोड़ा हर साल होंगे साढ़े पटियाले का बहुत धूमधाम के नाल 8 बजे शाम तो बाद सारी रात चलना इत्थे लगता सी कंबाले लगता वो उन्होंने रिवाइव किया। साडी पुरानी परंपरा है, साडी बलीफ हैगी है। सो इसनूं करन दे लई लोकां नूं जो इन्होंने फिर एक बारी फिर इस गल ते जागृत किया और ये सहूलियत दी, उसके लिए मैं बहुत बहुत बधाई देती। ਮਾਨਣੀ ਜੀ ਜਿਹੜੇ ਅੱਜ ਕੱਲ੍ਹ ਪੰਜਾਬ ਦੇ ਸਮੀਕਰਨ ਚੱਲ ਰਹੇ ਆ ਰਾਜਨੀਤੀ ਦੇ, ਕੀ ਸਮਝਦੇ ਆ ਸਰਕਾਰ ਰਿਪੀਟ ਕਰੇਗੀ ਆਪਣੀ ਜੀ? बिल्कुल करूँगी। जब राजनीति की इलेक्शन आती है ना बहुत कुछ उभरता है। पंच लोगों ने फतवा देना होता है, जो पिछला रिकॉर्ड है काम है वो फतवा देना। चलो गल करिए जी, किद्दां तुसीं मंनदे हो कि प्रधानमंत्री दा की बनना? देखो मैं उसकी कोई टिप्पणी नहीं करनी। कांग्रेस पार्टी ने वो प्रधान बनाया, मैं तो इन्ना कहना चाहती कि प्रधानगी करे, पार्टी नूं तकड़ा करे और जो गवर्नमेंट का काम है वो सीएम साहब करते ने वधिया तरीके दे नाल। जगबाणी टीवी ਲਈ ਕੁਲਦੀਪ ਕੁਮਾਰ ਦੀ ਰਿਪੋਰਟ।
ਉਧਰ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਗੱਡੀ ਦੇ ਉੱਪਰ ਕਾਲੇ ਸ਼ੀਸ਼ੇ ਲਗਵਾਉਣਾ ਮਹਿੰਗਾ ਪੈ ਗਿਆ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਉਹਨਾਂ ਦਾ ਚਲਾਨ ਕੱਟ ਦਿੱਤਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਵੇਲੇ ਚਲਾਨ ਕੱਟਿਆ ਗਿਆ ਉਸ ਵੇਲੇ ਗੱਡੀ ਦੇ ਵਿੱਚ ਮਨਕੀਰਤ ਔਲਖ ਨਹੀਂ ਬਲਕਿ ਉਹਨਾਂ ਦਾ ਭਰਾ ਮੌਜੂਦ ਸੀ, ਜਿਸ ਨੇ ਉਸੇ ਵੇਲੇ ਚਲਾਨ ਦਾ ਭੁਗਤਾਨ ਵੀ ਕਰ ਦਿੱਤਾ। ਜਿਹੜੀ ਬਾਹਰ ਦੀ ਗੱਡੀਆਂ ਨੇ ਜਾਂ ਜਿਹਦੇ ਸ਼ੱਕੀ ਬੰਦੇ ਨੇ ਉਹਦੀ ਤਲਾਸ਼ੀ ਲੈਂਦੇ ਨੇ। ਕੱਲ੍ਹ ਸੀਐਮ ਸਾਹਿਬ ਨੇ ਰਾਤ ਨੂੰ ਹਦਾਇਤਾਂ ਦਿੱਤੀਆਂ ਨੇ ਕਾਲੇ ਸ਼ੀਸ਼ੇ ਨੇ, ਕੋਈ ਸੀਟ ਬੈਲਟ ਜਾਂ ਮੋਬਾਈਲ ਦੀ ਵਰਤੋਂ ਕਰਦਾ, ਹੈਲਮਟ ਨਹੀਂ ਕਰਦਾ, ਉਹਨਾਂ ਦੇ ਚਲਾਨ ਕਰਦੇ ਨੇ। ਬਲੈਕ ਫਿਲਮ ਮਿਲੀ ਹੈ ਕਿ ਇਹ ਗੱਡੀਆਂ ਲੱਗੀ ਹੋਈ ਹੈ ਜਾਂ ਕਿ ਸਿੰਗਲ ਦਾ ਵੀ ਜਿਹੜਾ ਗੱਡੀ ਦਾ ਵੀ ਚਲਾਨ ਕੀਤਾ ਗਿਆ? ਹਾਂਜੀ, ਉਹਨਾਂ ਦਾ ਬਲੈਕ ਫਿਲਮ ਦਾ ਕਰ ਰਹੇ ਨੇ, ਜਿੱਦਾਂ ਇਹ ਜਾਲੀ ਪਈ ਹੈ ਜੀ ਉਹ ਪਈ ਇਹ ਤਾਰ ਕੇ ਇਹਨਾਂ ਦਾ ਵੀ ਚਲਾਨ ਕਰਦੇ ਜੀ। ਤਾਂ ਬਾਕੀ ਐਸਐਸਪੀ ਸਾਹਿਬ ਦੀ ਔਰ ਐਸਪੀ ਟ੍ਰੈਫਿਕ ਸਾਹਿਬ ਦੀ ਹਦਾਇਤਾਂ ਨੇ, ਜੋ ਵੀ ਬਲੈਕ ਫਿਲਮ ਲਾ ਕੇ ਜਾ ਰਿਹਾ ਉਹਨਾਂ ਦੇ ਚਲਾਨ ਵੱਧ ਤੋਂ ਵੱਧ ਕੀਤੇ ਜਾਣ। ਸਿੰਗਲ ਸੀ ਮਨਕੂ ਕੌਲ ਕੋ ਖੁਦ ਚਲਾ ਰਿਹਾ ਸੀ ਜਾਂ ਉਹਦਾ ਕੋਈ ਹੋਰ ਗੱਡੀ ਹੋਰ ਭਾਈ ਚਲਾ ਰਿਹਾ? ਨਹੀਂ, ਉਹਨਾਂ ਦੇ ਬਰਾਦਰ ਚਲਾ ਰਹੇ ਸੀ। ਮਤਲਬ ਬਲੈਕ ਫਿਲਮ ਸੀ? ਹਾਂ, ਬਲੈਕ ਫਿਲਮ ਸੀਗੀ ਜੀ। ਤੇ ਕੀ ਖਾਸ ਹਦਾਇਤਾਂ ਨੇ ਵੀ ਜਿਹੜੇ ਕੱਲੀ ਜਿਹੜੀ ਫਿਲਮ ਲਈ ਆ ਜਾਂ ਸਾਰੇ ਕੋਈ ਵੀ ਵਾਇਲੇਸ਼ਨ ਕਰਦਾ ਉਹਨਾਂ ਦੇ ਜਿਹੜੇ ਜੁਰਮਾਨਾ ਭਾਰੀ ਜੁਰਮਾਨਾ ਕਰਦਾ, ਇਸੇ ਬਾਵਜੂਦ ਲੋਕ ਨਹੀਂ ਰੁਕਦੇ ਹੈਗੇ ਜੀ? ਦੇਖੋ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਤਾਂ ਜੁਰਮਾਨਾ ਚਲਾਨ ਕਰ ਰਹੇ ਨੇ, ਜ਼ਿਆਦਾ ਆਫੈਂਸ ਦਿਖਦਾ ਆਰਟੀਓ ਸਾਹਿਬ ਦੇ ਕੱਟ ਦਿੰਦੇ ਨੇ, ਬਾਕੀ ਮੌਕੇ ਦੀ ਕੈਸ਼ ਦੀ ਪਰਚੀ ਕੱਟ ਕੇ ਦੇ ਰਹੇ ਨੇ ਉਹਨਾਂ ਦੀ। ਤੋ ਐਸਪੀ ਟ੍ਰੈਫਿਕ ਸਾਹਿਬ ਵੱਲੋਂ ਬਹੁਤ ਹਦਾਇਤਾਂ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੇ ਚਲਾਨ ਕਰੋ। ਸ਼ਹਿਰ 'ਚ ਬਲੈਕ ਫਿਲਮ ਵਾਲਾ ਨਹੀਂ ਦੇਖਣਾ ਚਾਹੀਦਾ। ਇੱਕ ਕੌਣ ਸੀ ਕੋਈ ਸਿੰਗਰ? ਕੱਲ੍ਹ ਪਤਾ ਲੱਗਿਆ ਵੀ ਗੱਡੀ ਦਾ ਕੋਈ ਚਲਾਨ ਕੀਤਾ? ਉਹ ਮਨਕੀਰਤ ਔਲਖ ਦੀ ਗੱਡੀ ਸੀਗੀ ਜੀ। ਅੱਛਾ ਜੀ, ਕੌਣ ਚਲਾ ਰਿਹਾ ਸੀ? ਉਹਨਾਂ ਦੇ ਭਰਾ ਚਲਾ ਰਹੇ ਸੀ। ਰੁਕ ਮੌਸਮ ਦਾ ਕਰ ਲੈਂਦੇ ਆ ਤਾਂ ਬੀਤੀ ਰਾਤ ਬਾਰਿਸ਼ ਤੋਂ ਬਾਅਦ ਮੌਸਮ ਥੋੜਾ ਠੀਕ ਰਿਹਾ, ਯਾਨੀ ਕਿ ਗਰਮੀ ਤੋਂ ਲੋਕਾਂ ਨੂੰ ਥੋੜੀ ਰਾਹਤ ਮਿਲੀ। ਤਾਪਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਬਾਅਦ ਤਾਪਮਾਨ 34.6 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਨਮੀ 68% ਰਹੀ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।